ਹੈਲੋ ਸਟੂਡੈਂਟਸ, ਹਾਊ ਆਰ ਯੂ? ਅੱਜ ਅਸੀਂ ਕਰਾਂਗੇ ਇੱਕ ਬਹੁਤ ਇੰਟਰਸਟਿੰਗ ਟੌਪਿਕ, ਮਾਡਲਸ। ਇਹ ਉਹ ਮਾਡਲਸ ਨਹੀਂ ਹਨ ਜੋ ਸਾਨੂੰ ਬੜੇ ਸੋਹਣੇ ਲੱਗਦੇ ਹਨ ਤੇ ਜਿਹੜੇ ਰੈਂਪ ਵਾਕ ਕਰਦੇ ਹਨ। ਹਾਂ, ਪਰ ਇਹ ਉਹ ਮਾਡਲ ਜ਼ਰੂਰ ਹਨ ਜਿਨ੍ਹਾਂ ਕਰਕੇ ਇੰਗਲਿਸ਼ ਸੋਹਣੀ ਲੱਗਦੀ ਹੈ। ਓਕੇ, ਸੋ ਕਿਹੜੇ ਹਨ ਪਹਿਲਾਂ ਉਹ ਦੇਖਦੇ ਹਾਂ। ਕੈਨ, ਕੁਡ, ਮੇ, ਮਾਈਟ, ਵਿਲ, ਵੁੱਡ, ਸ਼ੈਲ, ਸ਼ੁੱਡ, ਮਸਟ, ought to, dare, need। ਬੇਸਿਕਲੀ ਇਹ 12 ਤਰ੍ਹਾਂ ਦੇ ਹੁੰਦੇ ਹਨ, ਜਿਨ੍ਹਾਂ ਵਿੱਚੋਂ 4 ਪੇਅਰ ਤਾਂ ਇਹੀ ਹਨ, ਕੈਨ, ਕੁਡ, ਮੇ, ਮਾਈਟ, ਵਿਲ, ਵੁੱਡ, ਸ਼ੈਲ, ਸ਼ੁੱਡ। ਤੇ 4 ਸਿੰਗਲ ਮਾਡਲਸ ਹੁੰਦੇ ਹਨ, ਮਸਟ, ought to, need ਐਂਡ dare। ਓਕੇ, ਸੋ ਇਹਨਾਂ ਦੀ ਵਰਤੋਂ ਕਿੱਥੇ ਹੁੰਦੀ ਹੈ? ਜਦੋਂ ਅਸੀਂ ਕੋਈ ਪੋਸੀਬਿਲਿਟੀ ਦੱਸਣੀ ਹੋਵੇ ਕਿ ਇਹ ਕੰਮ ਹੋ ਸਕਦਾ ਹੈ, ਜਦੋਂ ਇਹ ਦੱਸਣਾ ਹੋਵੇ ਕਿ ਤੁਹਾਡਾ ਇਹ ਕਰਤੱਵ ਹੈ, ਤੁਹਾਨੂੰ ਇਹ ਕਰਨਾ ਚਾਹੀਦਾ ਹੈ, ਜਾਂ ਕੋਈ ਭਵਿੱਖਬਾਣੀ ਕਰਨੀ ਹੋਵੇ ਕਿ ਅੱਜ ਹੋ ਸਕਦਾ ਬਾਰਿਸ਼ ਹੋਵੇ, ਹੋ ਸਕਦਾ ਜੋ ਆਵੇ ਉਹ ਜ਼ਰੂਰ ਆਵੇਗਾ ਜਾਂ ਆਵੇਗੀ। ਓਕੇ, ਸੋ ਕਹਿਣ ਤੋਂ ਭਾਵ ਜਦੋਂ ਕੋਈ ਪੋਸੀਬਿਲਿਟੀ, ਓਬਲੀਗੇਸ਼ਨ ਕੀ ਹੁੰਦਾ? ਕਰਤੱਵ ਜਾਂ ਪ੍ਰੈਡਿਕਸ਼ਨ ਦੀ ਗੱਲ ਹੋਵੇ, ਉਦੋਂ ਅਸੀਂ ਮਾਡਲਸ ਦੀ ਵਰਤੋਂ ਕਰਦੇ ਹਾਂ। ਆਜੋ ਇਹਨੂੰ ਅਸੀਂ ਕੁਝ ਐਗਜ਼ਾਮਪਲਸ ਦੇ ਨਾਲ ਸਮਝੀਏ ਤਾਂ ਕਿ ਸਾਨੂੰ ਇਹ ਸਾਰਾ ਕਨਸੈਪਟ ਕਲੀਅਰ ਹੋ ਜਾਏ। ਇਸ ਕਨਸੈਪਟ ਨੂੰ ਕਲੀਅਰ ਕਰਨ ਲਈ ਮੈਂ ਯੂਜ਼ ਕਰ ਰਿਹਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 10th ਕਲਾਸ ਦੀ ਗ੍ਰਾਮਰ ਦੀ ਬੁੱਕ ਦੀਆਂ ਫਸਟ 3 ਐਕਸਰਸਾਈਜ਼ਸ। ਉਸ ਤੋਂ ਬਾਅਦ 10 ਮਿਸਲੇਨੀਅਸ ਸੈਂਟੈਂਸਸ ਲਾਂਗਾ ਜੋ ਆਮ ਕਰਕੇ ਸਾਨੂੰ ਐਗਜ਼ਾਮਸ ਵਿੱਚ ਆਉਂਦੇ ਰਹਿੰਦੇ ਹਨ। ਸੋ ਅਸੀਂ ਪਹਿਲੀਆਂ 3 ਐਕਸਰਸਾਈਜ਼ ਕਰਾਂਗੇ, ਉਸ ਤੋਂ ਬਾਅਦ ਅਸੀਂ ਦੇਖਾਂਗੇ ਕਿ ਇਹ ਸ਼ਬਦ ਕਿੱਥੇ ਤੇ ਕਿਵੇਂ ਵਰਤੇ ਜਾਂਦੇ ਹਨ। ਸੋ ਐਕਸਰਸਾਈਜ਼ ਫਸਟ ਡੈਸ਼ ਆਈ ਸੀ ਮਾਈ ਵਾਈਫ ਨਾਓ ਡਾਕਟਰ। ਹੁਣ ਕੈਨ ਆਏਗਾ ਕਿ ਕੁਡ ਆਏਗਾ, ਅੱਗੇ ਬ੍ਰੈਕਟ ਵਿੱਚ ਕੀ ਲਿਖਿਆ? ਨੋਟ ਵੈਰੀ ਸ਼ੋਰ, ਕਿ ਜਦੋਂ ਤੁਸੀਂ ਪੂਰੇ ਸ਼ੋਰ ਨਾ ਹੋਵੋ ਉਦੋਂ ਕੀ ਆਏਗਾ। ਓਕੇ, ਸੋ ਇੱਥੇ ਆਏਗਾ ਕੁਡ ਆਈ ਸੀ ਮਾਈ ਵਾਈਫ ਨਾਓ ਡਾਕਟਰ। ਕੈਨ ਉਦੋਂ ਆਉਂਦਾ ਜਦੋਂ ਤੁਹਾਡੀ ਫਿਜ਼ੀਕਲ ਐਬਿਲਿਟੀ ਦੀ ਗੱਲ ਹੋਵੇ, ਤੁਸੀਂ ਆਪਣੀ ਵਾਈਫ ਨੂੰ ਦੇਖ ਤਾਂ ਸਕਦੇ ਹੋ ਪਰ ਤੁਸੀਂ ਇੱਥੇ ਕੀ ਕਰ ਰਹੇ ਹੋ? ਪਰਮਿਸ਼ਨ ਲੈ ਰਹੇ ਹੋ, ਸੋ ਇਸ ਕਰਕੇ ਕੁਡ ਆਏਗਾ। ਸੈਕਿੰਡ ਡੈਸ਼ ਆਈ ਸਿਟ ਹੇਅਰ, may I sit here? Third, he dash help you if you ask him, he will help you if you ask him। ਉਹ ਤੇਰੀ ਮਦਦ ਕਰੇਗਾ ਜੇ ਤੂੰ ਉਹਨੂੰ ਪੁੱਛਦਾ ਹੈ। ਸੋ ਇੱਥੇ he third person ਹੈ, ਇਸ ਕਰਕੇ ਨਾ shall ਨਹੀਂ ਆਏਗਾ, ਕੀ ਆਏਗਾ? will। Fourth, ਰਾਹੁਲ dash drive a car at the age of 12। ਰਾਹੁਲ can। ਓਕੇ, ਮਸਟ ਹੁੰਦਾ ਜਦੋਂ ਬਹੁਤ ਜ਼ਿਆਦਾ ਕੰਪਲਸ਼ਨ ਹੋਵੇ ਕਿ ਹਾਂ ਉਸ ਨੂੰ 12 ਸਾਲ ਦੀ ਉਮਰ ਵਿੱਚ ਕਾਰ ਜ਼ਰੂਰ ਡਰਾਈਵ ਕਰਨੀ ਚਾਹੀਦੀ ਹੈ। ਓਕੇ, ਦਿਸ ਮਾਈਟ ਬੀ ਅ ਸਤਿਆਜੀਤ ਰੇ ਫਿਲਮ। 6th, he may be hiding। 7th, Ram may come today। 8th, may I take your leave? 9th, it may rain today। 10th, as she tried his best, he could easily win the game। Exercise second, you must complete your homework now। Second, you must be in the school by 11 o'clock। Third, Rita can speak English fluently। Fourth, he told me that he would return to his native land soon। Fifth, Mohan will still be lying in bed। Sixth, that must be the postman। Seventh, I can smell a fire burning। Eighth, Diana must have suffered badly after the car crash। Ninth, I would like to have a cup of tea। 10th, would that I were rich। Exercise third, duty must be done। I wish he would stand first। Third, we must respect our elders। Fourth, I need to clear the exam this year। Fifth, how dare you do it? Sixth, your headache could also be due to some other problem। Seventh, I'm sure it can be cured। It may be Jaya। 9th, I may go to the bazaar today। 10th, Ram should take exercise daily। So ਆਪਾਂ ਹੁਣ ਕੁਝ ਮਿਸਲੇਨੀਅਸ ਐਕਸਰਸਾਈਜ਼ ਕਰਨ ਤੋਂ ਪਹਿਲਾਂ ਇਹਨਾਂ ਦੀ ਵਰਤੋਂ ਦੇਖੀਏ ਕਿ ਕੈਨ ਕਿਉਂ ਆਇਆ, ਮੇ, ਮਾਈਟ, ਕੈਨ, ਕੁਡ, ਇਹ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਕਿਉਂ ਆਏ। ਕੈਨ ਕਿੱਥੇ ਵਰਤਦੇ ਹਾਂ? ਜਦੋਂ ਅਸੀਂ ਫਿਜ਼ੀਕਲ ਐਬਿਲਿਟੀ ਦੱਸਣੀ ਹੋਵੇ ਕਿ ਮੈਂ ਇਹ ਕੰਮ ਕਰ ਸਕਦਾ ਹਾਂ, ਆਈ ਕੈਨ ਸਪੀਕ, ਮੈਂ ਬੋਲ ਸਕਦਾ ਹਾਂ। ਠੀਕ ਹੈ, ਤੇ ਕੈਨ ਉਦੋਂ ਵੀ ਵਰਤਦੇ ਹਾਂ ਜਦੋਂ ਅਸੀਂ ਕਿਸੇ ਗੱਲ ਲਈ ਸ਼ੋਰ ਹੋਈਏ, ਪੱਕਾ ਹੋਈਏ ਕਿ ਅਸੀਂ ਇਹ ਕੰਮ ਕਰ ਸਕਦੇ ਹਾਂ। ਠੀਕ ਹੈ। ਸੈਕਿੰਡ ਹੈ ਕੁਡ, ਕੈਨ ਦਾ ਪਾਸਟ ਕੁਡ, ਜਦੋਂ ਅਸੀਂ ਪਾਸਟ ਟੈਂਸ 'ਚ ਗੱਲ ਕਰਨੀ ਹੋਵੇ ਕਿ ਮੈਂ ਕੰਮ ਕਰ ਸਕਦਾ ਸੀ, ਆਈ ਕੁਡ ਡੂ ਦੈਟ। ਓਕੇ, ਤੇ ਦੂਸਰਾ ਕੁਡ ਦੀ ਵਰਤੋਂ ਕਦੋਂ ਹੁੰਦੀ ਹੈ? ਜਦੋਂ ਪ੍ਰੋਬੇਬਿਲਿਟੀ ਘੱਟ ਹੋਵੇ, ਉਮੀਦ ਘੱਟ ਹੋਵੇ ਉਸ ਕੰਮ ਦੇ ਹੋਣ ਦੀ, ਉਦੋਂ ਵੀ ਅਸੀਂ ਕੁਡ ਵਰਤਦੇ ਹਾਂ। ਨੈਕਸਟ
may ਸੋ may ਕਦੋਂ ਵਰਤਦੇ ਹਾਂ ਜਦੋਂ ਕੋਈ ਪਰਮਿਸ਼ਨ ਲੈਣੀ ਹੋਵੇ may I come in। ਜ਼ਿਆਦਾ ਫਾਰਮਲ ਢੰਗ ਨਾਲ ਪਰਮਿਸ਼ਨ ਲੈਣੀ ਹੋਵੇ ਤਾਂ might ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਜਿਵੇਂ ਕਹਿਣਾ ਹੋਵੇ ਅੱਜ ਬਾਰਿਸ਼ ਹੋ ਸਕਦੀ ਹੈ ਤੇ ਜੇ ਤੁਸੀਂ ਇੱਥੇ ਵਰਤਦੇ ਹੋ it may rain, ਇਹਦਾ ਮਤਲਬ ਤੁਸੀਂ ਦੇਖਿਆ ਕਿ ਆਸਮਾਨ 'ਚ ਬੱਦਲ ਆ ਗਏ ਹੋਏ ਨੇ, ਮੌਸਮ ਉਹੋ ਜਿਹਾ ਹੋ ਗਿਆ ਹੋਇਆ ਕਿ ਹੁਣ ਤੁਹਾਨੂੰ ਪੱਕਾ ਯਕੀਨ ਹੈ ਕਿ ਬਾਰਿਸ਼ ਹੋ ਸਕਦੀ ਹੈ, ਇਸ ਕਰਕੇ ਤੁਸੀਂ ਕੀ ਲਾਓਗੇ it may rain today। ਤੇ ਜੇ ਤੁਹਾਨੂੰ ਪੱਕਾ ਯਕੀਨ ਨਾ ਹੋਵੇ, ਮੰਨ ਲਓ ਸਨੀ ਡੇ ਹੋਵੇ, ਓਕੇ, ਧੁੱਪ ਚੜੀ ਹੋਵੇ, ਪਰ ਤੁਸੀਂ ਇੱਕ ਅੰਦਾਜ਼ਾ ਲਾ ਰਹੇ ਹੋਵੋ ਜਿਹਦੇ 'ਚ ਤੁਸੀਂ ਆਪ ਵੀ ਕਨਫਰਮ ਨਾ ਹੋਵੋ, ਤੇ ਉੱਥੇ ਤੁਸੀਂ ਕੀ ਵਰਤੋਗੇ it might rain, ਓਕੇ। ਇਸੇ ਤਰ੍ਹਾਂ ਜਦੋਂ ਪਾਸਟ ਵਿੱਚ ਕੋਈ ਅੰਦਾਜ਼ਾ ਲਾਣਾ ਹੋਵੇ ਉਦੋਂ ਆਪਾਂ might have ਦੀ ਵਰਤੋਂ ਕਰ ਲੈਂਦੇ ਹਾਂ। ਸੋ ਇਸੇ ਤਰ੍ਹਾਂ ਹੈ should ਕਦੋਂ ਵਰਤਦੇ ਹਾਂ ਜਦੋਂ ਕਹਿਣਾ ਹੋਵੇ ਸਾਨੂੰ ਇਹ ਕੰਮ ਕਰਨਾ ਚਾਹੀਦਾ ਹੈ, ਪਰ ਉਸ ਚੀਜ਼ ਉੱਤੇ ਕੋਈ ਪਾਬੰਦੀ ਨਾ ਹੋਵੇ ਕਿ ਹਾਂ ਤੈਨੂੰ ਇਹ ਜ਼ਰੂਰ ਕਰਨਾ ਚਾਹੀਦਾ ਹੈ। ਜਿਵੇਂ ਸਾਨੂੰ ਕਸਰਤ ਕਰਨੀ ਚਾਹੀਦੀ ਹੈ, we should take exercise, ਓਕੇ, ਪਰ ਜਦੋਂ ਕਹਿਣਾ ਹੋਵੇ ਤੈਨੂੰ ਇਹ ਜ਼ਰੂਰ ਕਰਨਾ ਚਾਹੀਦਾ ਹੈ ਫਿਰ ਅਸੀਂ ਲਗਾਉਂਦੇ ਹਾਂ must, ਓਕੇ। ਸੋ ਇਸੇ ਤਰ੍ਹਾਂ ਜਦੋਂ ਕੋਈ ਇੱਛਾ ਸ਼ੋ ਕਰਨੀ ਹੋਵੇ ਉਸ ਜਗ੍ਹਾ ਤੇ ਅਸੀਂ would ਤੇ could ਦੀ ਵਰਤੋਂ ਵੀ ਕਰ ਲੈਂਦੇ ਹਾਂ। ਨੈਕਸਟ ਹੈ dare ਹੁੰਦਾ ਹਿੰਮਤ। ਜਿਵੇਂ ਕਹਿਣਾ ਹੋਵੇ ਤੂੰ ਅਜਿਹਾ ਕਰਨ ਦੀ ਹਿੰਮਤ ਨਹੀਂ ਕਰ ਸਕਦਾ, ਉੱਥੇ ਆਪਾਂ ਸ਼ਬਦ dare ਯੂਜ਼ ਕਰ ਸਕਦੇ ਹਾਂ। ਉਸ ਤੋਂ ਅੱਗੇ ਹੈ need ਦਾ ਮਤਲਬ ਹੁੰਦਾ ਲੋੜ, ਕਿ ਤੁਹਾਨੂੰ ਕਾਹਲੀ ਕਰਨ ਦੀ ਲੋੜ ਨਹੀਂ ਹੈ, you need not hurry, ਓਕੇ। ਸੋ ਨੈਕਸਟ ਹੈ ought to। ਸੋ ought to ਅੱਜ ਕੱਲ੍ਹ ਘੱਟ ਵਰਤਿਆ ਜਾਂਦਾ ਕਿਉਂਕਿ ਉਸ ਦੀ ਜਗ੍ਹਾ must ਨੇ ਲੈ ਲਈ, ਠੀਕ। ਸੋ ਮਤਲਬ ਦੋਨਾਂ ਦਾ ਸੇਮ ਹੈ ਕਿ ਜਦੋਂ ਜ਼ਿਆਦਾ ਜ਼ੋਰ ਪਾ ਕੇ ਗੱਲ ਕਰਨੀ ਹੋਵੇ ਸਾਨੂੰ ਆਪਣੇ ਦੇਸ਼ ਦੀ ਜ਼ਰੂਰ ਸੇਵਾ ਕਰਨੀ ਚਾਹੀਦੀ ਹੈ, we ought to serve our country। ਸੋ ਆਓ ਕੁਝ ਮਿਸਲੇਨੀਅਸ ਐਕਸਰਸਾਈਜ਼ ਕਰਦੇ ਹਾਂ ਜਿੰਨਾ ਤੁਹਾਨੂੰ ਇਹ ਕਨਸੈਪਟ ਹੋਰ ਕਲੀਅਰ ਹੋ ਜਾਏਗਾ। ਫਸਟ, we ought to serve our country, ਸਾਨੂੰ ਆਪਣੇ ਦੇਸ਼ ਦੀ ਜ਼ਰੂਰ ਸੇਵਾ ਕਰਨੀ ਚਾਹੀਦੀ ਹੈ। ਸੈਕਿੰਡ, could I take her out, ਹੁਣ ਜਦੋਂ ਕੋਈ ਚੀਜ਼ ਜ਼ਿਆਦਾ ਫਾਰਮਲ ਢੰਗ ਨਾਲ ਕਹਿਣੀ ਹੋਵੇ ਤੇ ਉਦੋਂ ਵੀ ਅਸੀਂ could ਦੀ ਵਰਤੋਂ ਕਰ ਸਕਦੇ ਹਾਂ। ਥਰਡ, had you worked hard you would have passed, ਹੁਣ ਜਦੋਂ ਵਾਕ ਦੇ ਸ਼ੁਰੂਆਤ ਵਿੱਚ ਪਾਸਟ ਆ ਜਾਵੇ ਤਾਂ ਮਾਡਲ ਵੀ ਕਿਹੜਾ ਵਰਤਿਆ ਜਾਏਗਾ, ਪਾਸਟ ਵਾਲਾ। ਸੋ ਕੀ ਆਏਗਾ, would। I would rather die than beg, ਮੈਂ ਭੀਖ ਮੰਗਣ ਨਾਲੋਂ ਮਰਨਾ ਪਸੰਦ ਕਰਾਂਗਾ, ਠੀਕ। ਸੋ ਇੱਥੇ ਵੀ ਕੀ ਆਊਗਾ, ਇੱਥੇ ਕੋਈ ਆਪਣੀ ਇੱਛਾ ਸ਼ੋ ਕੀਤੀ ਹੈ ਨਾ, ਇਸ ਕਰਕੇ would ਆਏਗਾ। ਨੈਕਸਟ, walk fast lest you should miss the train। Sixth, she told me that he would go, ਹੁਣ ਕਿਉਂਕਿ told ਆ ਗਿਆ ਇਸ ਕਰਕੇ ਅੱਗੇ will ਨਹੀਂ ਆਏਗਾ, ਅੱਗੇ ਵੀ past ਆਏਗਾ, would। Seventh, I wish I could help you, ਹੁਣ ਇੱਥੇ ਕੀ ਹੈ, ਇੱਛਾ, ਸੋ ਇੱਥੇ ਵੀ ਕੀ ਆਏਗਾ, could। Eighth, if you meet him you must tell him about it, ਜੇ ਤੁਸੀਂ ਉਹਨੂੰ ਮਿਲਦੇ ਹੋ ਤਾਂ ਤੁਹਾਨੂੰ ਇਸ ਬਾਰੇ ਉਸ ਨੂੰ ਜ਼ਰੂਰ ਦੱਸਣਾ ਹੋਏਗਾ, ਕੀ ਆਏਗਾ, must। Ninth, can you finish your work in 2 hours, ਕੀ ਤੁਸੀਂ ਆਪਣਾ ਕੰਮ 2 ਘੰਟਿਆਂ 'ਚ ਖਤਮ ਕਰ ਸਕਦੇ ਹੋ, ਹੁਣ ਇੱਥੇ ਕੀ ਆਇਆ, ਫਿਜ਼ੀਕਲ ਐਬਿਲਿਟੀ ਆਈ ਤੁਹਾਡੀ, ਸੋ ਇੱਥੇ ਕੀ ਆਊਗਾ, ਕੈਨ। ਲਾਸਟ, ਯੂ ਨੀਡ ਨੋਟ ਹਰੀ देयर इज plenty of time, ਤੁਹਾਨੂੰ ਕਾਹਲ ਪਾਉਣ ਦੀ ਲੋੜ ਨਹੀਂ ਹੈ, ਕਾਫੀ ਸਮਾਂ ਪਿਆ ਹੈ। ਸੋ ਇਹ ਸਨ ਕੁਝ ਐਗਜ਼ਾਮਪਲਸ, ਇਹਨਾਂ ਨੂੰ ਬਾਰ-ਬਾਰ ਸੁਣੋਗੇ, ਬਾਰ-ਬਾਰ ਬੁੱਕ ਤੋਂ ਇਹਦਾ ਰੈਫਰੈਂਸ ਲਓਗੇ, ਆਪਣੇ ਟੀਚਰ ਕੋਲ ਬਾਰ-ਬਾਰ ਇਸ ਬਾਰੇ ਪੁੱਛੋਗੇ ਤਾਂ ਇਹ ਕਨਸੈਪਟ ਤੁਹਾਨੂੰ ਹੋਰ ਜ਼ਿਆਦਾ ਕਲੀਅਰ ਹੁੰਦਾ ਜਾਏਗਾ। ਸੋ ਉਮੀਦ ਹੈ ਇਹ ਵੀਡੀਓ ਤੁਹਾਨੂੰ ਕੁਝ ਨਾ ਕੁਝ ਹੈਲਪ ਜ਼ਰੂਰ ਕਰੇਗੀ। ਸੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ, ਤਦ ਤੱਕ ਮੈਨੂੰ ਦਿਓ ਇਜਾਜ਼ਤ। ਮੈਂ ਪਰਮਜੋਤ ਸਿੰਘ, ਥੈਂਕ ਯੂ ਵੈਰੀ ਮਚ।